शरण तुम्हारी आयो। नानक के प्रभ साथ उठत सुखिया बैठत सुखिया। औ नहीं लागै जा ऐसे बुझिया। राखा एक हमारा स्वामी सगल कटां का अंतरजामी। सोए अचिंता जाग अचिंता जहाँ कहाँ प्रभ तू वर्तनता। घर सुख वसिया बाहर सुख पाया। कहो नानक गुरमंत्र दिरड़ाया। घर सुख वसिया बाहर सुख पाया। कहो नानक गुरमंत्र दिरड़ाया। तू मेरा पिता तू है मेरा माता। तू मेरा बंधप तू मेरा भ्राता। तू मेरा राखा सबनी थाई। तां पौ केहा काड़ा जियो। तू मेरा राखा सबनी थाई। तां पौ केहा काड़ा जियो। कवन वडाई कह सकूं बेअंत गुणीता। कर किरपा मोहे नाम देहो। नानक दर सरीता। कर किरपा मोहे नाम देहो। नानक दर सरीता। जुग जुग अटल सतगुरु गुरगद्दी ते सुभाईमान गरीब नवाज सतगुरु दसां पातशाहियां दी जोत गुरु ग्रंथ साहिब जी महाराज जी दी पावन पवित्र मुबारक अमृतमयी चरण शरण विखे हजूरी विखे जुड़ बैठी। गुरु रूप गुरु की साजी और निवाजी साध संगत सतगुरु जी दियां बेअंत बेअंत रहमतां बख्शिशां वरतियां रोजाना की तरह गुरु के दरबार विखे जुड़ मिल बैठण का ये सुभाग समा सानू मिलिया है और इन्हां सुभागियां घड़ियां नूं सुभागे समय नूं सफलियां सकारत बनाउंदियां होया पावन और पवित्र बाणी दे शब्द कीर्तन का ओट आसरा आप जी ने लिया। कीर्तन का आनंद माणिया। बहुत सोहने सतगुरु जी ने बचन कीर्तन रूप च सानू बख्शिश कीते। पर का बुरा ना राखो चीत तुमको दुख नहीं पाई मीत। तू दूजे प्रति माड़ा अपने मन च ना रख तेरे नाल भी माड़ा नहीं होएगा। दूजे नूं दुख देण दी कोई कोशिश ना कर
ਤੂੰ ਵੀ ਦੁਖੀ ਨਹੀਂ ਹੋਏਗਾ। ਮਨ ਨੂੰ ਨਿਰਮਲ, ਮਨ ਨੂੰ ਵੈਰ ਵਿਰੋਧ ਤੋਂ ਰਹਿਤ ਬਣਾਉਣ ਦਾ ਉਪਦੇਸ਼ ਸਤਿਗੁਰੂ ਜੀ ਨੇ, ਗੁਰੂ ਸਾਹਿਬ ਜੀ ਨੇ ਇਹਨਾਂ ਬਚਨਾਂ ਰਾਹੀਂ ਸਾਨੂੰ ਬਖਸ਼ਿਸ਼ ਕੀਤਾ। ਔਰ ਗੁਰੂ ਕੇ ਇਹ ਬਚਨ ਕੀਰਤਨ ਰੂਪ 'ਚ ਆਪ ਜੀ ਨੇ ਸ਼ਰਵਣ ਕੀਤੇ। ਉਪਰੰਤ ਆਓ ਗੁਰਬਾਣੀ ਵਿਚਾਰ ਦੇ ਨਾਲ ਜੁੜੀਏ। ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਅਦਬ ਪਿਆਰ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਬਾਰਕ ਰਸਨਾ ਤੋਂ ਉਚਾਰਨ। ਅੰਮ੍ਰਿਤਮਈ ਸ਼ਲੋਕਾਂ ਦੀ ਵਿਚਾਰ ਦੀ ਲੜੀ ਸਤਿਗੁਰੂ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਆਰੰਭੀ ਗਈ ਹੈ, ਤਾਂ ਕਿ ਭਗਤ ਸਾਹਿਬ ਜੀ ਨੇ ਜੋ ਪਾਵਨ ਪਵਿੱਤਰ ਉਪਦੇਸ਼ ਇਹਨਾਂ ਸ਼ਲੋਕਾਂ ਦੇ ਰਾਹੀਂ ਸਾਨੂੰ ਬਖਸ਼ਿਸ਼ ਕੀਤੇ ਹਨ, ਉਹਨਾਂ ਨੂੰ ਆਪਾਂ ਪੜ੍ਹੀਏ, ਵਿਚਾਰੀਏ ਔਰ ਸਮਝੀਏ। ਕਬੀਰ ਸਾਹਿਬ ਵੱਲੋਂ ਉਚਾਰਨ ਕੀਤੇ ਹੋਏ 13 ਸ਼ਲੋਕਾਂ ਦੀ ਵਿਚਾਰ ਹੁਣ ਤੱਕ ਆਪ ਜੀ ਨੇ ਸ਼ਰਵਣ ਕੀਤੀ ਹੈ। ਔਰ ਕੱਲ੍ਹ ਜਿੱਥੇ 13ਵੇਂ ਸ਼ਲੋਕ 'ਤੇ ਆਪਾਂ ਵਿਚਾਰ ਨੂੰ ਸੰਕੋਚਿਆ ਸੀ, ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਲੱਕੜਹਾਰਾ ਆਪਣੇ ਹੱਥ 'ਚ ਕੁਹਾੜਾ ਲੈ ਕੇ ਤੇ ਲੱਕੜਾਂ ਵੱਢਦਾ ਹੈ, ਤੇ ਕਿਉਂਕਿ ਉਹਦਾ ਇਹ ਕਿੱਤਾ ਹੈ, ਫੈਸ਼ਨ ਹੈ, ਉਹਨੂੰ ਪਤਾ ਹੈ ਕਿ ਕਿਵੇਂ ਆਪਣੇ ਆਪ ਨੂੰ ਬਚਾ ਕੇ ਕੁਹਾੜਾ ਚਲਾਇਆ ਜਾ ਸਕਦਾ ਹੈ। ਤੇ ਕਈ ਵਾਰ ਕੀ ਹੁੰਦਾ ਹੈ, ਕੋਈ ਅਣਜਾਣ ਬੰਦਾ ਲੱਕੜਹਾਰੇ ਦਾ ਕੁਹਾੜਾ ਆਪਣੇ ਹੱਥ 'ਚ ਫੜ ਕੇ ਤੇ ਜਦੋਂ ਲੱਕੜਾਂ ਵੱਢਣ ਦੀ ਕੋਸ਼ਿਸ਼ ਕਰਦਾ ਹੈ, ਤੇ ਪਰ ਕਿਉਂਕਿ ਤਰੀਕਾ ਨਹੀਂ ਹੈ ਉਹਨੂੰ ਇਹ ਕੰਮ ਕਿੱਦਾਂ ਕਰਨਾ ਹੈ, ਤੇ ਉਹ ਬਹੁਤ ਵਾਰ ਜਦੋਂ ਅਣਜਾਣ ਬੰਦਾ ਫਿਰ ਕੁਹਾੜੇ ਨੂੰ ਹੱਥ ਪਾਉਂਦਾ ਹੈ, ਉਹਦੇ ਨਾਲ ਕੋਈ ਲੱਕੜ ਤਾਂ ਉਹਨੇ ਕੀ ਵੱਢਣੀ ਹੈ, ਆਪਣਾ ਹੀ ਪੈਰ ਵਢਾ ਕੇ ਬਹਿ ਜਾਂਦਾ ਹੈ, ਜਾਂ ਕਿਸੇ ਹੋਰ ਜਗ੍ਹਾ ਸਰੀਰ 'ਤੇ ਸੱਟ ਲੱਗ ਗਈ। ਕਾਰਨ ਕੀ, ਪਤਾ ਨਹੀਂ ਸੀ ਕੁਹਾੜਾ ਕਿੱਦਾਂ ਚਲਾਇਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਹੁਣ ਜਿਹੜਾ ਬੰਦਾ ਦੀਨ ਨੂੰ ਛੱਡ ਕੇ ਦੁਨੀ 'ਚ ਚਿੱਤ ਲਗਾਉਂਦਾ ਹੈ, ਉਹ ਬੰਦੇ ਦੀ ਹਾਲਤ ਵੀ ਮਾਨੋ ਉਸ ਅਣਜਾਣ ਵਿਅਕਤੀ ਦੀ ਤਰ੍ਹਾਂ ਹੈ ਜਿਹਨੇ ਕੁਹਾੜਾ ਫੜ ਤਾਂ ਲਿਆ ਪਰ ਕੁਹਾੜਾ ਚਲਾਉਣਾ ਨਹੀਂ ਸੀ ਆਉਂਦਾ, ਤੇ ਉਲਟਾ ਆਪਣਾ ਹੀ ਨੁਕਸਾਨ ਕਰਕੇ ਬਹਿ ਗਿਆ। ਹੁਣ ਸਮਝਦਾਰ ਨੂੰ ਤਾਂ ਪਤਾ ਹੈ ਕਿ ਦੁਨੀਆ ਨੇ ਨਾਲ ਨਹੀਂ ਚੱਲਣਾ, ਦੀਨ ਨੇ ਨਾਲ ਚੱਲਣਾ ਹੈ। ਉਹ ਤਾਂ ਦੀਨ ਦੇ ਨਾਲ ਸਾਂਝ ਬਣਾ ਕੇ ਚੱਲਦਾ ਹੈ, ਪਰ ਅਗਿਆਨੀ ਬੰਦਾ ਦੀਨ ਨੂੰ, ਧਰਮ ਨੂੰ ਪਛਾਣ ਰੱਖ ਕੇ ਦੁਨੀਆ ਦੇ ਨਾਲ ਚਿੱਤ ਲਗਾਉਂਦਾ ਹੈ। ਤੇ ਹੁੰਦਾ ਕੀ ਆ, ਮਹਾਰਾਜ ਕਹਿੰਦੇ ਦੁਨੀਆ ਕਾਰਨ ਦੀਨ ਗਵਾਇਆ, ਦੁਨੀਆ ਦੀ ਖਾਤਰ ਧਰਮ ਗਵਾ ਬੈਂਦਾ ਹੈ। ਤੇ ਜਦੋਂ ਧਰਮ ਗਵਾ ਦਿੱਤਾ, ਵਾਹਿਗੁਰੂ ਦੀ ਬੰਦਗੀ ਇਬਾਦਤ ਜੀਵਨ 'ਚੋਂ ਗਵਾ ਦਿੱਤੀ, ਫਿਰ ਤੇ ਜਮਾਂ ਦੇ ਵਸ ਪੈਣਾ, ਫਿਰ ਤੇ ਦੁੱਖਾਂ ਦੇ ਵਸ ਪੈਣਾ ਹੈ। ਸੋ ਇਸ ਸ਼ਲੋਕ ਰਾਹੀਂ ਕਬੀਰ ਸਾਹਿਬ ਜੀ ਨੇ ਸਾਨੂੰ ਦੀਨ ਪ੍ਰਤੀ ਪਰਪੱਕ ਹੋਣ ਦਾ ਉਪਦੇਸ਼ ਦਿੱਤਾ ਹੈ, ਧਰਮ ਪ੍ਰਤੀ ਦ੍ਰਿੜ ਹੋਣ ਦਾ ਉਪਦੇਸ਼ ਦਿੱਤਾ ਹੈ ਕਿ ਦੁਨੀਆ ਖਾਤਰ ਦੀਨ ਤੋਂ ਬੇਮੁਖ ਨਹੀਂ ਹੋਣਾ ਹੈ, ਸੰਸਾਰ ਖਾਤਰ ਨਿਰੰਕਾਰ ਤੋਂ ਬੇਮੁਖ ਨਹੀਂ ਹੋਣਾ, ਪਦਾਰਥ ਖਾਤਰ ਪਰਮਾਰਥ ਤੋਂ ਬੇਮੁਖ ਨਹੀਂ ਹੋਣਾ ਹੈ। ਇਹ ਚੀਜ਼ ਜ਼ਰੂਰ ਧਿਆਨ 'ਚ ਰੱਖ ਕੇ ਚੱਲਣੀ ਹੈ, ਕਿਉਂਕਿ ਦੁਨੀਆ ਦੀ ਮਾਇਆ ਦੀ ਬੜੀ ਚਮਕ ਦਮਕ ਹੈ, ਤੇ ਅਕਸਰ ਜੀਵ ਉਸ ਮਾਇਆ ਦੀ ਚਮਕ ਦਮਕ ਪਿੱਛੇ ਭਟਕ ਜਾਂਦੇ ਹਨ ਤੇ ਧਰਮ ਭੁਲਾ ਦਿੰਦੇ ਹਨ। ਬੰਦਾ ਧਰਮ ਨੂੰ ਸੈਕਿੰਡ 'ਤੇ ਕਰਕੇ ਤੇ ਮਾਇਆ ਪਦਾਰਥ ਨੂੰ ਪਹਿਲੇ ਨੰਬਰ 'ਤੇ ਰੱਖ ਕੇ ਚੱਲਦਾ ਹੈ, ਕਿਉਂਕਿ ਮਨ 'ਚ ਇਹ ਭਾਵਨਾ ਹੈ ਕਿ ਸ਼ਾਇਦ ਇਹ ਪਦਾਰਥਾਂ ਦਾ ਸਾਥ ਹਮੇਸ਼ਾ ਮੇਰੇ ਨਾਲ ਰਹਿਣ ਵਾਲਾ। ਹਾਲਾਂਕਿ ਗੁਰੂ ਨੇ ਵੀ ਵੇਖੋ ਬਾਣੀ 'ਚ ਇੱਕ ਗੱਲ ਸਮਝਾਈ ਹੈ,
ਉਹ ਕਹਿੰਦੇ ਹਨ ਕਿ ਮਾਇਆ ਉੱਥੇ ਹੈ ਜਿੱਥੇ ਮਾਇਆ ਹੈ। ਜਿੱਥੇ ਵਾਹਿਗੁਰੂ ਦਾ ਨਾਮ, ਪਰਮਾਤਮਾ ਦਾ ਨਾਮ, ਉੱਥੇ ਮਾਇਆ ਸੁੱਖ ਪਦਾਰਥਾਂ ਦਾ ਵੀ ਕੋਈ ਘਾਟਾ ਨਹੀਂ ਰਹਿੰਦਾ। ਤੇ ਜਿੱਥੇ ਪਰਮਾਤਮਾ ਦਾ ਨਾਮ, ਦੀਨ, ਧਰਮ ਨਹੀਂ ਹੈ, ਉੱਥੇ ਬੰਦਾ ਭਾਵੇਂ ਪਦਾਰਥ ਵੀ ਜਿੰਨੇ ਮਰਜ਼ੀ ਇਕੱਠਾ ਕਰ ਲਵੇ, ਸੁੱਖ ਫਿਰ ਵੀ ਜੀਵਨ 'ਚ ਨਹੀਂ ਆਉਂਦਾ ਤੇ ਪਦਾਰਥ ਵੀ ਹੱਥੋਂ ਨਿਕਲ ਜਾਂਦੇ ਹਨ। ਕਿਉਂਕਿ ਮਾਇਆ ਕੀ ਹੈ? ਪਰਛਾਵਾਂ। ਮਾਲਕ ਪਰਮਾਤਮਾ ਹੈ, ਮਾਇਆ ਤਾਂ ਉਹਦਾ ਪਰਛਾਵਾਂ ਹੈ। ਤੇ ਹੁਣ ਬੰਦਾ ਕਿਸੇ ਜਗ੍ਹਾ 'ਤੇ ਹੋਵੇ, ਉਹਦਾ ਪਰਛਾਵਾਂ ਕਿਸੇ ਹੋਰ ਥਾਂ 'ਤੇ ਹੋਵੇ, ਇੱਦਾਂ ਨਹੀਂ ਹੁੰਦਾ ਹੈ। ਭਾਵੇਂ ਮਨੁੱਖ ਹੈ, ਕੋਈ ਇਮਾਰਤ ਹੈ, ਕੋਈ ਦਰਖਤ ਹੈ, ਕੋਈ ਵੀ ਚੀਜ਼ ਹੈ, ਵਸਤੂ ਦੇ ਨਾਲ ਹੀ ਉਹਦਾ ਪਰਛਾਵਾਂ ਜੁੜਿਆ ਹੁੰਦਾ ਹੈ, ਉਹਦੇ ਤੋਂ ਵੱਖਰਾ ਕੋਈ ਨਹੀਂ ਹੁੰਦਾ ਹੈ। ਮਾਇਆ ਰੂਪੀ ਪਰਛਾਵਾਂ ਵੀ ਉਸ ਮਾਲਕ ਦੇ ਨਾਲ ਹੈ। ਅਸੀਂ ਕਹੀਏ ਮਾਲਕ ਨੂੰ ਤੇ ਛੱਡ ਦਈਏ ਤੇ ਇਕੱਲਾ ਪਰਛਾਵਾਂ ਸਾਡੇ ਕੋਲ ਰਵੇ, ਇੱਦਾਂ ਕਿੱਦਾਂ ਹੋ ਸਕਦਾ? ਇੱਕ ਬੜੀ ਪਿਆਰੀ ਕਹਾਣੀ ਵੀ ਕਿਸੇ ਨੇ ਲਿਖੀ ਕਿ ਲక్ష్ਮੀ ਤੇ ਭਗਵਾਨ ਬੈਠੇ ਸਨ ਤੇ ਆਪਸ ਦੇ ਵਿੱਚ ਗੱਲਾਂ ਬਾਤਾਂ ਚੱਲੀਆਂ। ਕਿਉਂਕਿ ਕੋਈ ਵਿਅਕਤੀ ਬੜੀ ਪਾਠ ਪੂਜਾ ਕਰਦਾ ਸੀ, ਉਹਦੀ ਗੱਲ ਚੱਲ ਪਈ ਕਿ ਭਗਵਾਨ ਦਾ ਬੜਾ ਪੁਜਾਰੀ ਹੈ ਜੀ, ਬੜੀ ਪੂਜਾ ਕਰਦਾ, ਬੜਾ ਪਾਠ ਕਰਦਾ ਹੈ। ਤੇ ਮਾਇਆ ਲక్ష్ਮੀ ਕਹਿਣ ਲੱਗੀ, ਜੀ ਇਹ ਤੁਹਾਡਾ ਭੁਲੇਖਾ ਹੈ ਕਿ ਉਹ ਭਗਵਾਨ ਦਾ ਪੁਜਾਰੀ ਹੈ। ਅਸਲ ਦੇ ਵਿੱਚ ਪੁਜਾਰੀ ਤਾਂ ਉਹ ਮਾਇਆ ਦਾ ਹੀ ਹੈ, ਲక్ష్ਮੀ ਦਾ ਹੀ ਹੈ। ਭਗਵਾਨ ਕਹਿਣ ਲੱਗੇ, ਨਹੀਂ, ਬੜਾ ਪਿਆਰ ਵਾਲਾ, ਪਾਠ ਪੂਜਾ ਵਾਲਾ ਹੈ। ਕਹਿਣ ਲੱਗੀ, ਜੀ ਵੇਖ ਲਵੋ। ਭਗਵਾਨ ਕਹਿਣ ਲੱਗੇ, ਫਿਰ ਵੇਖ ਲੈਂਦੇ ਆ, ਮੈਂ ਵੀ ਉੱਥੇ ਜਾਣਾ, ਤੂੰ ਵੀ ਜਾਵੀਂ, ਫਿਰ ਪਤਾ ਲੱਗੇਗਾ ਉਹ ਕਿਹਦਾ ਪੁਜਾਰੀ ਹੈ। ਹੁਣ ਕੀ ਹੋਇਆ? ਭਗਵਾਨ ਆਪਣੇ ਉਸ ਸੇਵਕ ਦੇ ਦਰਵਾਜ਼ੇ 'ਤੇ ਪਹੁੰਚ ਗਏ। ਦਰਵਾਜ਼ਾ ਖੜਕਾਇਆ, ਸੇਵਕ ਨੇ ਦਰਵਾਜ਼ਾ ਖੋਲ੍ਹਿਆ, ਵੇਖਿਆ ਭਗਵਾਨ। ਆਨੰਦ ਬਣ ਗਿਆ ਕਿ ਭਗਵਾਨ ਪਹੁੰਚ ਗਏ ਹਨ, ਇੱਦੋਂ ਅੱਗੇ ਹੋਰ ਕੀ ਚਾਹੀਦਾ ਹੈ। ਸਤਿਕਾਰ ਸਹਿਤ ਭਗਵਾਨ ਨੂੰ ਕਮਰੇ 'ਚ ਖੜਿਆ, ਮਾਣ ਆਦਰ ਕੀਤਾ, ਜਲ ਪਾਣੀ ਦੀ ਸੇਵਾ 'ਚ ਲੱਗਿਆ। ਇੰਨੀ ਦੇਰ ਨੂੰ ਕਿਸੇ ਨੇ ਦਰਵਾਜ਼ਾ ਖੜਕਾ ਦਿੱਤਾ। ਫਿਰ ਹੁਣ ਇਹਨੇ ਜਦੋਂ ਦਰਵਾਜ਼ੇ 'ਤੇ ਜਾ ਕੇ ਵੇਖਿਆ ਤੇ ਫਿਰ ਬਾਹਰ ਮਾਇਆ ਲక్ష్ਮੀ ਐਨ ਸੱਜ ਧੱਜ ਕੇ। ਤੇ ਇਹ ਜਦੋਂ ਮਾਇਆ ਨੂੰ, ਲక్ష్ਮੀ ਨੂੰ ਵੇਖਿਆ ਤੇ ਹੁਣ ਤੇ ਇਹਦੀ ਖੁਸ਼ੀ ਦੀ, ਪ੍ਰਸੰਨਤਾ ਦੀ ਹੱਦ ਹੀ ਕੋਈ ਨਾ ਰਹੀ। ਕਹਿਣ ਲੱਗਾ, ਆਵੋ, ਭਗਵਾਨ ਵੀ ਆਏ ਹਨ, ਤੁਸੀਂ ਵੀ ਉਹਨਾਂ ਦੇ ਕੋਲ ਬੈਠੋ। ਕਹਿਣ ਲੱਗੀ, ਨਾ, ਮੈਂ ਭਗਵਾਨ ਵਾਲੇ ਕਮਰੇ 'ਚ ਕੋਈ ਨਹੀਂ ਬਹਿਣਾ, ਮੈਂ ਉਹਦੇ ਤੋਂ ਵੱਖਰੇ ਦੂਜੇ ਕਮਰੇ 'ਚ ਬਵਾਂਗੀ। ਮੇਰੇ ਬਹਿਣ ਦੇ ਲਈ ਦੂਜੇ ਕਮਰੇ 'ਚ ਪ੍ਰਬੰਧ ਕਰੋ। ਇਹਨੇ ਦੂਜੀ ਜਗ੍ਹਾ 'ਤੇ ਪ੍ਰਬੰਧ ਕੀਤਾ, ਪਾਣੀ ਲਿਆਂਦਾ। ਉਹ ਲక్ష్ਮੀ ਨੇ ਪਾਣੀ ਜਿਸ ਭਾਂਡੇ ਦੇ ਵਿੱਚ ਪੀਤਾ, ਗਲਾਸ ਨੂੰ ਹੱਥ ਲਾਇਆ, ਗਲਾਸ ਸੋਨੇ ਦਾ ਬਣ ਗਿਆ, ਪੀਤਾ ਪਰੇ ਸੁੱਟਿਆ। ਇਹਨੇ ਕੁਝ ਹੋਰ ਥਾਲ ਦੇ ਵਿੱਚ ਲਿਆ ਕੇ ਭੇਟ ਕੀਤਾ, ਉਹਨੇ ਲక్ష్ਮੀ ਨੇ ਥਾਲ ਨੂੰ ਹੱਥ ਲਾਇਆ, ਥਾਲ ਸੋਨੇ ਦਾ ਬਣ ਗਿਆ। ਇਹ ਤੇ ਕਹਿਣ ਲੱਗਾ, ਕਮਾਲ ਹੈ। ਹੁਣ ਭਗਵਾਨ ਤਾਂ ਦੂਜੇ ਕਮਰੇ 'ਚ ਰਹਿ ਗਏ ਇਕੱਲੇ ਦੇ ਇਕੱਲੇ। ਇਹ ਲੱਗ ਗਿਆ ਫਿਰ ਮਾਇਆ ਵਾਲੇ ਪਾਸੇ ਕਿ ਅਸਲੀ ਸੋਨਾ ਚਾਂਦੀ ਪਦਾਰਥ ਤੇ ਇੱਥੇ ਆਪਾਂ ਭਗਵਾਨ ਤੋਂ ਕੀ ਲੈਣਾ। ਭਗਵਾਨ ਰਹਿ ਗਿਆ ਇਕੱਲੇ ਦਾ ਇਕੱਲਾ ਕਮਰੇ 'ਚ ਵੇਂਦਿਆ। ਕੁਝ ਸਮਾਂ ਭਗਵਾਨ ਨੇ ਵੇਖਿਆ, ਇਹ ਤੇ ਮੇਰਾ ਸੇਵਕ ਕਾਹਦਾ ਸੇਵਕ ਸੀ, ਜਿਹਨੂੰ ਮੈਂ ਸਮਝਦਾ ਸਾਂ ਮੇਰਾ ਸੇਵਕ ਹੈ, ਮੇਰੇ ਤੇ ਕੋਲ ਵੀ ਨਹੀਂ ਆ ਰਿਹਾ ਹੈ। ਇਹ ਤੇ ਮਾਇਆ 'ਚ ਭਰਮ ਗਿਆ, ਲక్ష్ਮੀ 'ਚ ਭਟਕ ਗਿਆ। ਤੇ ਭਗਵਾਨ ਉੱਠ ਕੇ ਬਾਹਰ ਚਲੇ ਗਏ। ਤੇ ਜਦੋਂ ਭਗਵਾਨ ਉੱਠ ਕੇ ਬਾਹਰ ਚੱਲੇ ਤੇ ਲక్ష్ਮੀ ਵੀ ਬਾਹਰ ਨੂੰ ਤੁਰ ਪਈ। ਇਹ ਜੋੜੇ ਹੱਥ ਕਿ ਨਾ ਜੀ, ਤੁਸੀਂ ਨਾ ਜਾਵੋ, ਜੇ ਬਹੁਤਾ ਨਹੀਂ 2-4 ਦਿਨ ਰੁਕ ਕੇ ਫਿਰ ਚਲੇ ਜਾਇਓ। ਇਹਨੂੰ ਪਤਾ ਸੀ ਜੇ 2-4 ਦਿਨ ਵੀ ਰੁਕ ਗਈ ਤੇ ਕਿੰਨੀਆਂ ਚੀਜ਼ਾਂ ਨੂੰ ਹੱਥ ਲੱਗਣਾ ਤੇ ਕਿੰਨੀਆਂ ਚੀਜ਼ਾਂ ਸੋਨੇ ਦੀਆਂ ਬਣ ਜਾਣੀਆਂ, ਆਪਾਂ ਨੂੰ ਤੇ ਘਾਟਾ ਹੀ ਕੋਈ ਨਹੀਂ ਰਹਿਣਾ। ਉਹ ਕਹਿਣ ਲੱਗੀ, ਨਾ, ਮੈਂ ਇਕੱਲੀ ਕਿਸੇ ਜਗ੍ਹਾ 'ਤੇ ਨਹੀਂ ਰੁਕ ਸਕਦੀ, ਮੈਂ ਤੇ ਉਸ ਭਗਵਾਨ ਦਾ ਪਰਛਾਵਾਂ ਹਾਂ, ਜਿੱਥੇ ਭਗਵਾਨ ਤੇ ਉੱਥੇ ਮੈਂ। ਹੁਣ ਬੰਦਾ ਮਾਇਆ ਪਿੱਛੇ ਭਟਕਦਾ ਹੈ, ਭਗਵਾਨ ਵਾਲੇ ਪਾਸਿਓਂ ਬੇਮੁਖ ਹੋ ਜਾਂਦਾ। ਤੇ ਹੁੰਦਾ ਕੀ ਹੈ ਫਿਰ? ਮਹਾਰਾਜ ਕਹਿੰਦੇ, ਦੁਨੀਆ ਕਾਰਨ ਦੀਨ ਗਵਾਇਆ, ਤੇ ਨਾ ਭਗਵਾਨ ਦੇ ਨਾਲ ਹੀ ਜੁੜ ਪਾਉਂਦਾ ਤੇ ਨਾ ਮਾਇਆ ਵਾਲੇ ਪਾਸੇ ਹੀ ਪੂਰੀ ਤਰ੍ਹਾਂ ਹੋ ਪਾਉਂਦਾ ਹੈ। ਇਹਨੂੰ ਕਹਿੰਦੇ ਦੁਬਦਾ ਮੈਂ ਦੋਨੋਂ ਗਏ, ਮਾਇਆ ਮਿਲੀ ਨਾ ਰਾਮ। ਦੁਬਦਾ ਦੋ ਚੀਤੀ 'ਚ, ਮਾਇਆ ਵੀ ਚਾਹੁੰਦਾ ਹੈ, ਭਗਵਾਨ ਨੂੰ ਵੀ ਧਿਆਉਣਾ ਚਾਹੁੰਦਾ ਹੈ, ਪਰ ਫਿਰ ਵੀ ਚਾਹੁੰਦਾ ਹੈ ਕਿ ਮਾਇਆ ਹੀ ਸਭ ਤੋਂ ਉੱਤੇ ਹੈ, ਮੈਂ ਮਾਇਆ ਵਾਲੀ ਜੁੜਿਆ ਰਵਾਂ। ਇਸੇ ਨੂੰ ਕਬੀਰ ਸਾਹਿਬ ਕਹਿੰਦੇ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਗਾਫਲ ਆਪਣੇ ਪੈਰਾਂ 'ਤੇ ਆਪ ਹੀ ਕੁਹਾੜਾ ਮਾਰ ਬਹਿੰਦਾ ਹੈ, ਕਿਉਂਕਿ ਸਮਝ ਨਹੀਂ ਪਾਉਂਦਾ ਹੈ ਪਰਛਾਵਾਂ ਕੀ ਹੈ ਤੇ ਮੂਲ ਕੀ ਹੈ। ਮੂਲ ਨੂੰ ਛੱਡ ਕੇ ਪਰਛਾਵੇਂ ਪਿੱਛੇ ਭਟਕਦਾ ਹੈ।
अगले श्लोक च अज कबीर साहब फरमान करते, कहते कबीर जै जै हों फिरियो कौतक ठाओ ठाए। जिथे जिथे भी कबीर साहब कहते असी विचरे हाँ, बहुत तरह के कौतक उथे वरतते सन। उन्होंने वेखे चंगे और माड़े लोगों नूं मिले कबीर साहब, क्योंकि देखो संसार अंदर सब जगह इक्को जिहियां नहीं हैं ते सब व्यक्ति इक्को जे नहीं हैं। किसी जगह का माहौल किसी तरह का, किसी जगह का माहौल किसी तरह का, किसी व्यक्ति का सुभाव किसी तरह का, किसी का सुभाव किसी तरह का। हुण भगतां दा एक बिरद रहा, गुरु नानक महाराज सच्चे पातशाह जी नूं वेखीए अंदर टिकिया है, पर बाहर दा भ्रमण सारी जिंदगी चलदा रहा। लंबियां लंबियां उदासियां उन्होंने कीतियां। इसे तरह बाकी भगतां जां गुरु साहबानां दा जीवन भी वेखीए, वो बहुत विचरते रहे हैं, जगह जगह ते गए, दुनिया के वख वख कोनियां तक गए। हुण कबीर साहब कहते असी भी बड़ियां जगह ते विचरे, बहुत कुछ वेख्या, थां थां दे कौतक वेखे, रंग तमाशे वेखे, पर एक गल कबीर साहब जिहड़ी कह रहे हैं, कहते एक राम स्नेही बाहरा उजर मेरा पाए। कहते जगह ते असी बड़ियां वेखियां ते थां थां दे कौतक बड़े वेखे, पर जेड़ियां जगह ते कोई राम स्नेही कोई रब्बी प्यारा मिल जांदा सी, उत्थे ते वक्त दा पता ही नहीं सी लगदा कि वक्त किहड़े वेले लंघ गया, समा किहड़े वेले लंघ गया। पर जिथे कोई रब दा प्यारा नहीं, जिथे कोई परमात्मा परमेश्वर नूं ध्याउण वाला नहीं, वो जगह ते उजाड़ है। उजाड़ किसे उजाड़ बियाबान तो वो जगह घट नहीं, जिथे रब नूं ध्याउण वाला ही कोई नहीं, उथे ते एक एक पल लंघाउणा बड़ा औखा। हुण वेखो ये एक सुभाअ दी गल भी हुंदी है। सुभाअ होवे भला, रब नूं ध्याउण वाला, ते वो भली बिरती वाला मनुख माड़ियां च नहीं बह पाउंदा है, असहज महसूस करता है। शराबी नशेड़ी विकारी लोग होण, उन्हां दे विच कोई एक अध धर्मी बंदा बह गया है, उहदे लई समा कढ़ना बड़ा औखा है, क्योंकि सारे दूजी बिरती वाले हैं, सारे उल्ट बिरती वाले हैं। ते इदों उल्ट जे सारे रब दा नां ध्याउण वाले सतसंगी परमात्मा नूं जपण वाले होण, ते कोई उल्टी सीधी नशेड़ी बिरती वाला होवे, उहदे लई उत्थे बहना भी औखा हुंदा है, उत्थे बहना भी उहदे लई औखा, क्योंकि जो उहदे मन की खुराक जां जो उहदे अंदर दे वलवले ने, बाहर दा उहदा चारे पासे दा वरतारा ते उहदे तो उल्ट है। सो जिद्दां दा मनुख दा सुभाअ, मनुख उदां दी संगत करदा, ते उदां दी संगत दा उहनूं रस आनंद मिलदा, ते समा पता ही नहीं लगदा है किहड़े वेले लंघ गया है। हुण रब्बी प्यारियां ते भगतां दा सुभाअ है, उठत बैठत सोवत नाम, कहो नानक जन के सद काम। ते जदों उन्हां दे दुआले साकत बैठे, जिन्हां नूं रब चेते ही नहीं है, ते उन्हां नूं वो जगह फिर बड़ी बेकार जगह लगदी है, उजाड़ लगदा है, उन्हां नूं वो जगह वीरान लगदी है, जिथे कोई रब नूं ध्याउण वाला परमात्मा नूं जपण वाला नहीं। महाराज कहंदे एक राम स्नेही बाहरा उजर मेरा भाए। कबीर साहब कहंदे जिथे कोई रब दा स्नेही नहीं है, रब नूं प्यार करन वाला नहीं है, वो जगह भी साडे भा दी उजाड़ है, बियाबान है, कबर है, जो मर्जी कह दवो उन्होंने। अगे 15 नंबर श्लोक च कबीर साहब फरमान करदे, कबीर संतन की झुंगिया भली भट कुसत्ती गाओ। एक पासे ओ संतां दी परमात्मा नूं जपण वालियां दी बिल्कुल सधारण कखां दी बनी हुई झुग्गी दी गल करदे हन, दूजे पासे उस पिंड दी ते पिंड दे बने हुए वड्डे वड्डे महल मुनारियां दी गल करदे ने, जिथों दीयां इमारतां तां बड़ियां पक्कियां ने, पर अंदर रहण वालियां दी बिरती बड़ी कच्ची है। जिथों दे बाहर दे इमारतां दे हार शिंगार रंग रोगन तां बड़े चमक दमक वाले हन, पर अंदर वसन वालियां दा जिहड़ा जीवन है बिल्कुल बेरंग जीवन है, रुखा जीवन है। वो कहंदे साडे लई रब्बी प्यारियां दी झुग्गी
ਇੱਦਾਂ ਦੀਆਂ ਮਹਿਲ ਮਨਾਰੀਆਂ ਤੇ ਆਬਾਦ ਨਗਰ ਤੋਂ ਵੀ ਜ਼ਿਆਦਾ ਸਾਡੇ ਲਈ ਉਹ ਝੁੱਗੀ ਭਲੀ ਹੈ ਜਿੱਥੇ ਰਹਿਣ ਵਾਲਾ ਕੋਈ ਰੱਬ ਨੂੰ ਧਿਆਉਂਦਾ ਪਿਆ। ਗੁਰੂ ਨਾਨਕ ਮਹਾਰਾਜ ਜਦੋਂ ਐਮਨਾਬਾਦ ਪਹੁੰਚੇ ਹਨ, ਇੱਕ ਪਾਸੇ ਨਗਰ ਦਾ ਸਭ ਤੋਂ ਧਨਾੜ ਬੰਦਾ ਹੈ ਮਲਕ ਭਾਗੋ, ਇੱਕ ਪਾਸੇ ਸਭ ਤੋਂ ਗਰੀਬ ਨੇ ਭਾਈ ਲਾਲੋ। ਹੁਣ ਭਾਈ ਲਾਲੋ ਦਾ ਘਰ ਬਿਲਕੁਲ ਸਧਾਰਨ ਔਰ ਮਲਕ ਭਾਗੋ ਦੇ ਘਰ 'ਚ ਸਮੇਂ ਮੁਤਾਬਕ ਉਸ ਸਮੇਂ ਦੀਆਂ ਸਾਰੀਆਂ ਸੁੱਖ ਸਹੂਲਤਾਂ ਮੌਜੂਦ ਹਨ। ਸਮੇਂ ਦੇ ਨਾਲ ਵੇਖੋ ਸੁੱਖ ਸਾਧਨ ਸੁੱਖ ਸਹੂਲਤਾਂ ਬਦਲਦੀਆਂ ਹਨ। ਹਰ ਸਮੇਂ ਦਾ ਆਪਣਾ ਸਟੈਂਡਰਡ ਹੈ। ਅੱਜ ਦੇ ਸਮੇਂ ਦੀਆਂ ਸੁੱਖ ਸਹੂਲਤਾਂ ਕੁਝ ਹੋਰ ਹਨ। ਜੇ ਅੱਜ ਤੋਂ 20-25 ਸਾਲ ਪਹਿਲਾਂ ਦਾ ਸਮਾਂ ਵੀ ਲਈਏ ਤੇ ਉਦੋਂ ਕਿਸੇ ਦੇ ਘਰ ਸਧਾਰਨ ਪੱਖਾ ਹੋਣਾ ਹੀ ਬੜੀ ਵੱਡੀ ਗੱਲ ਹੁੰਦੀ ਸੀ ਤੇ ਉਹਦੇ ਕੋਲ ਜੀ ਸਾਰੇ ਸੁੱਖ ਸਹੂਲਤਾਂ, ਲੋਕ ਕਹਿੰਦੇ ਪੱਖੇ ਲੱਗੇ ਹੋਏ ਨੇ ਘਰ 'ਚ। ਅੱਜ ਦੇ ਸਮੇਂ ਦੇ ਹਾਲਾਤ ਕੰਡੀਸ਼ਨ ਸਟੈਂਡਰਡ ਵੱਖਰੇ ਹਨ। ਹੁਣ ਮਲਕ ਭਾਗੋ ਉਦੋਂ ਦੇ ਸਮੇਂ ਮੁਤਾਬਕ ਉਹਦੇ ਮਹਿਲ ਸੋਹਣੇ, ਉਹਦੇ ਘਰ ਅੰਦਰ ਹਰ ਤਰ੍ਹਾਂ ਦੀ ਸੁੱਖ ਸਹੂਲਤ ਮੌਜੂਦ ਹੈ। ਦੂਜੇ ਪਾਸੇ ਭਾਈ ਲਾਲੋ ਉਹ ਜਿਹਦੇ ਘਰ 'ਚ ਸੁੱਖ ਸਹੂਲਤ ਹੋਣਾ ਤਾਂ ਕੀ, ਜਿਹਦੇ ਘਰ ਖਾਣ ਦੇ ਲਈ 2 ਵਕਤ ਦਾ ਅਨਾਜ ਦਾਣਾ ਵੀ ਨਹੀਂ ਹੁੰਦਾ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਭਾਈ ਲਾਲੋ ਦੇ ਘਰ ਗਏ, ਰੁਕੇ, ਵਡਿਆਈ ਸਾਰੇ ਪਾਸੇ ਫੈਲੀ। ਮਲਕ ਭਾਗੋ ਨੇ ਕਿਹਾ ਜੀ ਮੇਰੇ ਘਰ ਆਵੋ, ਇੱਥੇ ਆ ਕੇ ਰੁਕੋ। ਕਿੱਥੇ ਭਾਈ ਲਾਲੋ ਦੇ ਘਰ ਰੁਕੇ ਹੋ? ਪਰ ਗੁਰੂ ਨਾਨਕ ਜੀ ਕੀ ਕਹਿੰਦੇ ਹਨ, ਤੇਰੇ ਮਹਿਲ ਮੁਨਾਰਿਆਂ ਦੇ ਨਾਲੋਂ ਸਾਨੂੰ ਭਾਈ ਲਾਲੋ ਦੀ ਝੁੱਗੀ ਚੰਗੀ ਹੈ, ਕਿਉਂਕਿ ਇੱਥੇ ਰੱਬ ਦੀ ਇਬਾਦਤ ਚੱਲਦੀ ਪਈ ਹੈ। ਤੇਰੇ ਘਰ ਦਿਨ ਰਾਤ ਗਰੀਬਾਂ ਤੇ ਜ਼ੁਲਮ ਢਹਿੰਦਾ ਹੈ, ਗਰੀਬਾਂ ਦਾ ਖੂਨ ਚੂਸ ਚੂਸ ਕੇ ਪਕਵਾਨ ਬਣਦੇ ਨੇ। ਸਾਨੂੰ ਉਹ ਮਹਿਲ ਪ੍ਰਵਾਨ ਨਹੀਂ ਹਨ ਜਿਨ੍ਹਾਂ ਇਮਾਰਤਾਂ ਤੇ ਬਣਾਉਣ ਦੇ ਲਈ ਇੱਟਾਂ ਗਾਰਾ ਨਹੀਂ ਬਲਕਿ ਗਰੀਬਾਂ ਦਾ ਖੂਨ ਵਰਤਿਆ ਹੋਵੇ, ਸਾਨੂੰ ਉਹ ਇਮਾਰਤਾਂ ਪ੍ਰਵਾਨ ਨਹੀਂ। ਇੱਕ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਦੀ ਸਾਖੀ ਆਪਾਂ ਪਿਛਲੇ ਦਿਨੀ ਵੀ ਸਾਂਝੀ ਕੀਤੀ ਸੀ, ਭਾਈ ਹੇਮੇ ਦੀ। ਜਦੋਂ ਮਹਾਰਾਜ ਬਰਸਾਤ 'ਚ ਇੱਕ ਜਗ੍ਹਾ ਤੇ ਅਟਕੇ ਆ ਰਹੇ ਸਨ, ਸਤਿਗੁਰੂ ਗੋਇੰਦਵਾਲ ਨੂੰ ਮੀਂਹ ਪੈਣ ਲੱਗ ਪਿਆ। ਖਾਨਪੁਰ ਪਿੰਡ ਬੜੇ ਅਮੀਰ ਲੋਕ ਰਹਿੰਦੇ ਸਨ, ਬਾਹਰੋਂ ਬੜੇ ਤਗੜੇ ਘਰ, ਬੜੇ ਵੱਡੇ ਸਨ, ਪਰ ਅੰਦਰ ਦੇ ਜਿਗਰੇ ਬੜੇ ਛੋਟੇ ਸਨ। ਸਿੱਖਾਂ ਨੇ ਕਈਆਂ ਨੂੰ ਪੁੱਛਿਆ, ਮਹਾਰਾਜ ਨੇ ਰਾਤ ਕੱਟਣੀ ਹੈ, ਕੋਈ ਜਗ੍ਹਾ ਚਾਹੀਦੀ ਹੈ। ਸਭ ਨੇ ਇਨਕਾਰ ਕੀਤਾ ਤੇ ਉੱਥੇ ਗੁਰਮੁਖ ਪਿਆਰਾ ਸੀ ਭਾਈ ਹੇਮਾ ਜੀ ਦੀ ਟੁੱਟੀ ਜਿਹੀ ਝੁੱਗੀ। ਉਹਨੂੰ ਜਦੋਂ ਮਹਾਰਾਜ ਦੇ ਆਉਣ ਦਾ ਪਤਾ ਲੱਗਿਆ, ਆਪ ਵਰਦੇ ਮੀਂਹ 'ਚ ਸਤਿਗੁਰਾਂ ਦੇ ਕੋਲ ਆਇਆ, ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਮੇਰੀ ਝੁੱਗੀ 'ਚ ਆ ਕੇ ਨਿਵਾਸ ਕਰੋ। ਕੱਖਾਂ ਦੀ ਬਣੀ ਹੋਈ ਉਹ ਛੰਨ ਸੀ। ਮਹਾਰਾਜ ਉਹਦੀ ਝੁੱਗੀ 'ਚ ਗਏ। ਸਾਰੀ ਰਾਤ ਬਾਣੀ ਦੇ ਕੀਰਤਨ ਦੇ ਪ੍ਰਵਾਹ ਚੱਲੇ। ਉੱਥੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਵਚਨ ਕਹੇ ਸਨ ਕਿ ਭਾਈ ਹੇਮੇ ਦੀ ਝੁੱਗੀ ਵੱਡੇ ਵੱਡੇ ਮਹਿਲਾਂ ਤੋਂ ਵੀ ਹਜ਼ਾਰਾਂ ਗੁਣਾ ਬਿਹਤਰ ਹੈ, ਹਜ਼ਾਰਾਂ ਗੁਣਾ ਬਿਹਤਰ ਹੈ। ਜਿਨ੍ਹਾਂ ਦੇ ਮਹਿਲ ਬੜੇ ਵੱਡੇ ਨੇ, ਦਿਲ ਬੜੇ ਛੋਟੇ ਨੇ। ਇਹਦਾ ਘਰ ਭਾਵੇਂ ਛੋਟਾ ਹੈ ਪਰ ਭਾਈ ਹੇਮੇ ਦਾ ਹਿਰਦਾ ਬੜਾ ਵੱਡਾ ਹੈ। ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਸਧਾਰਨ ਝੁੱਗੀ ਨੂੰ ਵੀ ਵੱਡੇ ਵੱਡੇ ਮਹਿਲਾਂ ਤੋਂ ਮਹਾਨ ਕਿਹਾ। ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ, ਕਿਤ ਹੀ ਕਾਮ ਨਾ ਧੌਲ ਹਰ ਜਿਤ ਹਰ ਬਿਸਰਾਏ। ਗੁਰੂ ਕਹਿੰਦੇ ਉਹ ਵੱਡੇ ਮਹਿਲ ਮਨਾਰੇ ਵੀ ਕਿਸੇ ਕੰਮ ਨਹੀਂ ਜਿੱਥੇ ਰੱਬ ਹੀ ਭੁੱਲਿਆ ਪਿਆ ਹੈ। ਕਬੀਰ ਸਾਹਿਬ ਕਹਿੰਦੇ, ਕਬੀਰ ਸੰਤਨ ਕੀ ਝੁੰਗੀਆ ਭਲੀ, ਭੱਟ ਕੋ ਸੱਤੀ ਗਾਓ, ਆਗ ਲੱਗੂ ਤੇ ਧੌਲ ਹਰ, ਜੇ ਨਾਹੀ ਹਰ ਕੋ ਨਾਓ। ਕਹਿੰਦੇ ਉਹ ਵੱਡੇ ਵੱਡੇ ਮਹਿਲ ਮਨਾਰਿਆਂ ਨੂੰ ਅੱਗ ਹੀ ਲੱਗ ਜਾਣੀ ਚਾਹੀਦੀ ਹੈ ਜੇ ਨਾਹੀ ਹਰ ਕੋ ਨਾਓ, ਜਿੱਥੇ ਪਰਮਾਤਮਾ ਦਾ ਨਾਮ ਹੀ ਨਹੀਂ ਹੈ, ਜਿੱਥੇ ਕੇਵਲ ਤ੍ਰਿਸ਼ਨਾ ਦੀ ਅੱਗ ਹੀ ਬਲਦੀ ਪਈ ਹੈ, ਪਰਮਾਤਮਾ ਦੀ ਇਬਾਦਤ ਨਹੀਂ, ਬੰਦਗੀ ਨਹੀਂ, ਯਾਦ ਨਹੀਂ। ਕਹਿੰਦੇ ਉਹ ਵੱਡੇ ਵੱਡੇ ਮਹਿਲ ਮਨਾਰੇ ਵੀ ਕਿਸੇ ਲੇਖੇ ਨਹੀਂ। ਵੇਖੋ ਇਹਨਾਂ ਚੀਜ਼ਾਂ 'ਚੋਂ ਆਪਾਂ ਸਿੱਖਣਾ ਹੈ। ਜੇ ਗੁਰੂ ਨੇ ਰਹਿਮਤ ਕੀਤੀ ਹੈ, ਸੋਹਣੇ ਘਰਾਂ ਦੀ ਦਾਤ ਸਾਨੂੰ ਬਖਸ਼ੀ ਹੈ, ਤੇ ਸਾਡੇ ਘਰ ਉਜਾੜ ਨਹੀਂ ਬਣਨੇ ਚਾਹੀਦੇ। ਸਾਡੇ ਘਰ ਉਹ ਘਰ ਬਣਨੇ ਚਾਹੀਦੇ ਹਨ ਜਿਹੜਾ ਘਰ ਜਿੱਦਾਂ ਦਾ ਘਰ ਗੁਰੂ ਨੇ ਸਾਨੂੰ ਬਣਾਉਣ ਦਾ ਉਪਦੇਸ਼ ਦਿੱਤਾ ਹੈ। ਉੱਥੇ ਨਾਮ ਬਾਣੀ ਦੇ
ਪ੍ਰਵਾਹ ਚੱਲਣੇ ਚਾਹੀਦੇ ਹਨ, ਸੇਵਾ ਸਿਮਰਨ ਦੇ ਪ੍ਰਵਾਹ ਚੱਲਣੇ ਚਾਹੀਦੇ ਨੇ। ਜਿਹੜੇ ਦਾਤੇ ਨੇ ਰਹਿਮਤ ਕਰਕੇ ਘਰ ਦੀ ਦਾਤ ਬਖਸ਼ੀ, ਉਸ ਦਾਤੇ ਦਾ ਸ਼ੁਕਰ ਜ਼ਰੂਰ ਕਰਨਾ ਹੈ। ਮਹਾਰਾਜ ਇੱਥੋਂ ਤੱਕ ਕਹਿੰਦੇ ਹਨ ਕਿ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ। ਜਦੋਂ ਤੂੰ ਆਪਣੇ ਘਰ ਨੂੰ ਗੁਰੂ ਕਿਆ ਸਿੱਖਾ ਵੇਖੇ। ਹੁਣ ਵੇਖੋ, ਇਹ 2-3 ਚੀਜ਼ਾਂ ਹਨ। ਇੱਕ ਰਹਿਣ ਦੇ ਲਈ ਘਰ, ਇੱਕ ਖਾਣ ਦੇ ਲਈ ਭੋਜਨ, ਇੱਕ ਆਉਣ ਜਾਣ ਦੇ ਲਈ ਆਵਾਜਾਈ ਦਾ ਸਾਧਨ। ਮਹਾਰਾਜ ਕਹਿੰਦੇ ਤੇਰੇ ਕੋਲ ਸੋਹਣਾ ਘਰ ਹੈ, ਤੇ ਜਦੋਂ ਤੂੰ ਉਸ ਸੋਹਣੇ ਘਰ ਨੂੰ ਵੇਖੇ ਤੇ ਤੇਰੇ ਮਨ 'ਚ ਘਰ ਦੇਣ ਵਾਲੇ ਦਾ ਸ਼ੁਕਰਾਨਾ ਜ਼ਰੂਰ ਆਉਣਾ ਚਾਹੀਦਾ ਹੈ। ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ। ਤੇ ਜਦੋਂ ਤੂੰ ਭੋਜਨ ਦੀ ਗਰਾਹੀ ਮੂੰਹ 'ਚ ਪਾਉਣ ਲੱਗੇ, ਭੋਜਨ ਦਾ ਥਾਲ ਤੇਰੇ ਸਾਹਮਣੇ, ਹੁਣ ਤੂੰ ਭੋਜਨ ਦੀ ਗਰਾਹੀ ਮੂੰਹ 'ਚ ਪਾਉਣੀ ਹੈ, ਤੇ ਜਿਹੜੇ ਦਾਤੇ ਨੇ ਰਹਿਮਤ ਕਰਕੇ ਖੁਰਾਕ ਦੀ ਦਾਤ ਬਖਸ਼ਿਸ਼ ਕੀਤੀ ਹੈ ਉਹਦਾ ਸ਼ੁਕਰਾਨਾ ਜ਼ਰੂਰ ਕਰੀ। ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਤੇ ਜਦੋਂ ਆਪਾਂ ਆਪਣੀ ਮੋਟਰ ਗੱਡੀ ਤੇ ਬਹਿੰਦੇ ਹਾਂ, ਕਿਸੇ ਜਗ੍ਹਾ ਤੇ ਸਫ਼ਰ ਕਰਨਾ ਹੈ, ਉਦੋਂ ਵੀ ਗੁਰੂ ਅੱਗੇ ਅਰਦਾਸ ਜ਼ਰੂਰ ਕਰਨੀ ਤੇ ਇਹ ਤਰਲਾ ਕਰਨਾ, ਸਰਬ ਠੌਰਮੋ ਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਦਾਤਾ ਇਹ ਵੀ ਤੇਰੀ ਦਿੱਤੀ ਹੋਈ ਦਾਤ ਹੈ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣ। ਸ਼ੁਕਰ ਵਾਲੀ, ਸ਼ੁਕਰਾਨੇ ਵਾਲੀ ਬਿਰਤੀ ਜੇ ਹੋਵੇ ਤੇ ਫਿਰ ਤੇ ਹੋਰ ਰੱਬ ਦੇ ਘਰ ਤੋਂ ਬਹੁਤੀਆਂ ਦਾਤਾਂ ਮਿਲਦੀਆਂ ਨੇ। ਤੇ ਜੇ ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਈ ਖਾਏ। ਸਾਰਾ ਕੁਝ ਰੱਬ ਦੇ ਕੋਲੋਂ ਲਈ ਵੀ ਜਾਣਾ, ਭੋਗੀ ਵੀ ਜਾਣਾ, ਫਿਰ ਵੀ ਕਹੀ ਜਾਣਾ ਰੱਬ ਨੇ ਤੇ ਦਿੱਤਾ ਹੀ ਕੁਝ ਨਹੀਂ ਹੈ, ਦਿੱਤਾ ਹੀ ਕੁਝ ਨਹੀਂ ਹੈ। ਤੇ ਮਹਾਰਾਜ ਕਹਿੰਦੇ ਫਿਰ ਤੇਰੀ ਸੰਤੁਸ਼ਟੀ ਨਹੀਂ ਹੋ ਸਕਦੀ। ਤੂੰ ਕਹਿੰਦਾ ਤੇ ਹੈ ਰੱਬ ਨੇ ਦਿੱਤਾ ਕੁਝ ਨਹੀਂ ਹੈ, ਤੇ ਜੇ ਕਿਧਰੇ ਉਹ ਵਾਕਿਆ ਹੀ ਆਪਣਾ ਦਿੱਤਾ ਖੋ ਲਵੇ ਤੇ ਫਿਰ ਤੇਰੇ ਕੋਲ ਰਹਿਣਾ ਵੀ ਕੁਝ ਨਹੀਂ ਹੋ, ਕੁਝ ਨਹੀਂ ਰਹਿਣਾ। ਮਹਾਰਾਜ ਕਹਿੰਦੇ ਏਕ ਪੀ ਨਾ ਦੇ 10 ਪੀਹਿਰ ਲੈ ਤੋ ਮੂੜਾ ਕਹੋ ਕਹਾਂ ਕਰੇ। ਜੇ ਉਹ ਸਾਨੂੰ ਜਿਹੜੀ ਆਪਾਂ ਹੋਰ ਇੱਕ ਦਾਤ ਮੰਗ ਰਹੇ ਹਾਂ ਉਹ ਵੀ ਨਾ ਦਵੇ, ਪਹਿਲੀਆਂ ਦਿੱਤੀਆਂ 10 ਦਾਤਾਂ 20 ਦਾਤਾਂ ਖੋ ਲਵੇ, ਫਿਰ ਦੱਸੋ ਰੱਬ ਦਾ ਕੀ ਵਿਗਾੜ ਲਵਾਂਗੇ? ਕੁਝ ਨਹੀਂ ਵਿਗਾੜ ਸਕਦੇ। ਇਸ ਕਰਕੇ ਗੁਰੂ ਕਹਿੰਦੇ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ। ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ। ਮਾਲਕ ਅੱਗੇ ਸਾਡਾ ਕੋਈ ਜ਼ੋਰ, ਕੋਈ ਹੁਕਮ ਨਹੀਂ ਚੱਲ ਸਕਦਾ, ਕੇਵਲ ਅਰਦਾਸ ਬੇਨਤੀ, ਉਹ ਵੀ ਜੇ ਆਪਾਂ ਭਾਵਨਾ ਪ੍ਰੇਮ ਤੇ ਭਰੋਸੇ ਦੇ ਨਾਲ ਕਰਦੇ ਹਾਂ। ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਦ ਬਹਾਲੇ ਪਾਸ। ਸੋ ਗੁਰੂ ਕਹਿੰਦੇ ਜਦੋਂ ਉਹਦੀਆਂ ਦਿੱਤੀਆਂ ਦਾਤਾਂ ਨੂੰ ਆਪਾਂ ਖਾਂਦੇ ਵਰਤਦੇ ਭੋਗਦੇ ਹਾਂ ਉਹਦਾ ਸ਼ੁਕਰਾਨਾ ਜ਼ਰੂਰ ਕਰੋ। ਘਰ 'ਚ ਰਹਿੰਦੇ ਹਾਂ ਤੇ ਘਰ ਦੇਣ ਵਾਲੇ ਨਿਰੰਕਾਰ ਦਾ ਧੰਨਵਾਦ ਸ਼ੁਕਰਾਨਾ ਜ਼ਰੂਰ ਸਾਡੀ ਰਸਨਾ ਤੋਂ, ਹਿਰਦੇ ਤੋਂ ਨਿਕਲਣਾ ਚਾਹੀਦਾ ਹੈ। ਅੱਗੇ ਕਬੀਰ ਸਾਹਿਬ ਜੀ 16 ਨੰਬਰ ਸ਼ਲੋਕ 'ਚ ਫਰਮਾਨ ਕਰਦੇ ਹਨ, ਕਬੀਰ ਸੰਤ ਮੂਏ ਕਿਆ ਰੋਈਐ ਜੇ ਆਪਣੇ ਗ੍ਰਹਿ ਜਾਏ, ਜੋ ਆਪਣੇ ਗ੍ਰਹਿ ਜਾਏ। ਮਹਾਰਾਜ ਕਹਿੰਦੇ ਇੱਕ ਵੇਖੋ ਦੁਨੀਆਦਾਰ ਦਾ, ਕਿਸੇ ਸਾਕਤ ਦਾ ਮਰਨਾ ਹੈ, ਇੱਕ ਹੈ ਪਰਮਾਤਮਾ ਨੂੰ ਜਪਣ ਵਾਲੇ ਦਾ ਉਹਦਾ ਸੰਸਾਰ ਤੋਂ ਜਾਣਾ। ਹੁਣ ਇਹ ਜਿਹੜਾ ਸ਼ਲੋਕ ਹੈ ਇਹਦੇ 2 ਤਰ੍ਹਾਂ ਦੇ ਅਰਥ ਨਿਕਲਦੇ ਹਨ। ਇੱਕ ਤੇ ਆਪਾਂ ਸਿੱਧੇ ਅਰਥ ਇਹ ਕਰਦੇ ਹਾਂ ਕਿ ਜਦੋਂ ਪਰਮਾਤਮਾ ਦੇ ਪਿਆਰੇ ਸਰੀਰ ਛੱਡਦੇ ਹਨ ਤੇ ਉਹ ਤਾਂ ਪਹੁੰਚ ਗਏ ਪਰਮਾਤਮਾ ਤੱਕ, ਜੋਤੀ ਜੋਤ ਰਲੀ, ਉਹਨਾਂ ਦੀ ਮੌਤ ਦਾ ਕਾਹਦਾ ਰੋਣਾ ਹੈ, ਕਿਉਂਕਿ ਉਹਨਾਂ ਨੂੰ ਤੇ ਮੰਜ਼ਿਲ ਮਿਲ ਗਈ। ਰੋਣਾ ਤੇ ਹੈ ਸਾਕਤ ਦੀ ਮੌਤ ਦਾ, ਜਿਹੜਾ ਜ਼ਿੰਦਗੀ ਭਰ ਵੀ ਠੋਕਰਾਂ ਖਾਂਦਾ ਹੈ, ਥਾਂ ਥਾਂ ਤੇ ਭਟਕਦਾ ਹੈ, ਤੇ ਜਿਹਦਾ ਜੀਵਨ ਤੇ ਮੁੱਕ ਗਿਆ ਪਰ ਠੋਕਰਾਂ ਨਹੀਂ ਮੁੱਕਦੀਆਂ, ਅੱਗੇ ਜਾ ਕੇ ਉਹਨੂੰ ਫੇਰ ਬੜੀਆਂ ਜਮਾਂ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਨੇ। ਦੂਜਾ ਪੱਖ ਇਹਦਾ ਇਹ ਵੀ ਹੈ, ਕਿਉਂਕਿ ਬਾਣੀ 'ਚ ਮਰਨਾ ਵੀ ਕਈ ਤਰ੍ਹਾਂ ਦਾ ਕਿਹਾ ਗਿਆ ਹੈ। ਜਿਵੇਂ ਪਿਛਲੇ ਸ਼ਲੋਕਾਂ 'ਚ ਕਬੀਰ ਸਾਹਿਬ ਨੇ ਫਰਮਾਨ ਵੀ ਕੀਤਾ ਕਿ ਕਬੀਰ ਜਾਂ ਦਿਨ ਹਉ ਮੂਆ ਪਾਛੇ ਭਇਆ ਆਨੰਦ, ਮੋਹੇ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਹੁਣ ਇੱਕ ਉਹ ਮਰਨ ਦੀ ਗੱਲ ਕਰ ਰਹੇ ਨੇ ਜਿਹੜੀ ਮੌਤੇ ਰੱਬੀ ਪਿਆਰੇ ਜਿਉਂਦੇ ਜੀ ਮਰਦੇ ਹਨ। ਮਹਾਰਾਜ ਇਹਨੂੰ ਬਾਣੀ 'ਚ ਕਹਿੰਦੇ ਜੀਵਤ
ਜਿਉਂਦੇ ਜੀ ਮਰ ਜਾਣਾ, ਜਿਉਂਦੇ ਜੀ ਆਪਣਾ ਆਪਾ ਕੁਰਬਾਨ ਕਰ ਦੇਣਾ, ਅੰਦਰ ਦੀਆਂ ਵਾਸ਼ਨਾਵਾਂ ਨੂੰ ਮਾਰ ਦੇਣਾ। ਉੱਥੇ ਕਬੀਰ ਸਾਹਿਬ ਕਹਿੰਦੇ ਜਾਂ ਦਿਨ ਹਉ ਮੂਆ ਪਾਛੇ ਭਇਆ ਆਨੰਦ। ਜਿਸ ਦਿਨ ਮੈਂ ਮਰ ਗਿਆ, ਭਾਵ ਅੰਦਰ ਦੀ ਹਉਮੈ ਮੁੱਕ ਗਈ, ਫਿਰ ਪਿੱਛੇ ਕੀ ਜੀਵਨ ਅੰਦਰ ਬਚਿਆ ਆਨੰਦ ਹੀ ਆਨੰਦ, ਆਨੰਦ ਹੀ ਆਨੰਦ। ਤੇ ਹੁਣ ਕਬੀਰ ਸਾਹਿਬ ਕਹਿੰਦੇ ਜਦੋਂ ਉਹ ਸੰਤ ਜਨ ਆਪਣੇ ਅੰਦਰ ਤੋਂ ਉਹ ਹਉਮੈ ਨੂੰ ਮਾਰ ਲੈਂਦੇ ਹਨ, ਆਪਣੇ ਅੰਦਰ ਦੀਆਂ ਵਾਸ਼ਨਾਵਾਂ ਨੂੰ ਮਾਰ ਲੈਂਦੇ ਹਨ, ਉਹ ਫਿਰ ਆਪਣੇ ਘਰ ਪਹੁੰਚ ਜਾਂਦੇ ਹਨ, ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਹਨ। ਪਰ ਦੂਜੇ ਪਾਸੇ ਸਾਕਤ ਬੰਦੇ ਦੀ ਗੱਲ ਉਹਨਾਂ ਨੇ ਕੀਤੀ। ਸਾਕਤ ਬੰਦਾ ਵੀ ਮਰਦਾ ਹੈ, ਪਰ ਉਹਦਾ ਮਰਨਾ ਹੈ ਜ਼ਮੀਰ ਦਾ ਮਰਨਾ, ਉਹਦਾ ਮਰਨਾ ਹੈ ਚੰਗਿਆਈਆਂ ਦਾ ਮਰਨਾ। ਤੇ ਜਿਹਦੇ ਜੀਵਨ 'ਚੋਂ ਚੰਗਿਆਈਆਂ ਮੁੱਕ ਗਈਆਂ, ਜਿਹਦੀ ਜ਼ਮੀਰ ਮਰ ਗਈ, ਉਹ ਫਿਰ ਥਾਂ ਥਾਂ ਤੇ ਝੋਲੀਆਂ ਅੱਡਦਾ ਫਿਰਦਾ ਹੈ, ਥਾਂ ਥਾਂ ਤੇ ਡਿੱਗਦਾ ਫਿਰਦਾ ਹੈ। ਸੋ ਕਬੀਰ ਸਾਹਿਬ ਨੇ ਦੋਵੇਂ ਪੱਖ, ਜਿਉਂਦੇ ਜੀ ਮਰਨ ਦੀ ਗੱਲ ਵੀ ਕੀਤੀ ਹੈ ਔਰ ਜੀਵਨ ਦੀ ਸੰਪੂਰਨਤਾ ਤੇ ਜਿਹੜਾ ਮਰਨਾ ਹੈ ਉਹਦੀ ਗੱਲ ਵੀ ਕੀਤੀ। ਕਹਿੰਦੇ ਕਬੀਰ ਸੰਤ ਮੂਵੇ ਕਿਆ ਰੋਈ ਹੈ। ਉਹ ਕਹਿੰਦੇ ਜਿਹੜੀ ਮੌਤੇ ਸੰਤ ਜਨ ਮਰਦੇ ਹਨ, ਉਸ ਮੌਤ ਦਾ ਕੋਈ ਰੋਣਾ ਨਹੀਂ ਹੈ, ਕਿਉਂਕਿ ਉਹ ਤਾਂ ਆਪਣੀ ਮੰਜ਼ਿਲ ਤੇ ਪਹੁੰਚ ਗਏ, ਉਹ ਤੇ ਆਪਣੇ ਘਰ ਪਹੁੰਚ ਗਏ। ਰੋਵੋ ਸਾਕਤ ਬਾਪੁਰੈ ਜੋ ਹਾਟੈ ਹਾਟ ਬਿਕਾਏ। ਕਹਿੰਦੇ ਰੋਣਾ ਹੈ ਤੇ ਸਾਕਤ ਦੀ ਮੌਤ ਤੇ ਰੋਵੋ, ਜਿਹੜਾ ਥਾਂ ਥਾਂ ਤੇ ਮੱਥੇ ਰਗੜਦਾ ਫਿਰਦਾ ਹੈ, ਵਿਕਦਾ ਫਿਰਦਾ ਹੈ। ਈਮਾਨ ਜਿਹਨੇ ਵੇਚ ਦਿੱਤਾ ਹੈ, ਜਿਹੜਾ ਤਨ ਵੀ ਵੇਚ ਦਿੰਦਾ, ਜਿਹੜਾ ਆਪਣਾ ਸਾਰਾ ਕੁਝ ਵੇਚ ਦਿੰਦਾ ਹੈ ਪਦਾਰਥ ਦੀ ਖਾਤਰ, ਵਸਤੂਆਂ ਦੀ ਖਾਤਰ, ਸਾਰਾ ਕੁਝ ਵੇਚ ਦਿੰਦਾ ਹੈ। ਦੂਜੇ ਪਾਸੇ ਰੱਬੀ ਪਿਆਰੇ, ਉਹ ਤਾਂ ਸੰਸਾਰ ਅੰਦਰ ਆਉਂਦੇ ਨੇ, ਪਰਉਪਕਾਰ ਕਰਦੇ ਨੇ, ਪਰਮਾਤਮਾ ਦਾ ਧਿਆਨ ਧਰਦੇ, ਇਬਾਦਤ ਕਰਦੇ, ਸੱਚੇ ਰਾਹ ਤੇ ਚੱਲਦੇ ਤੇ ਚਲਾਉਂਦੇ ਹਨ। ਤੇ ਫਿਰ ਇੱਕ ਦਿਨ ਜੀਵਨ ਦੇ ਸਫ਼ਰ ਨੂੰ ਭੋਗਦਿਆਂ ਭੋਗਦਿਆਂ ਉਹ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸੇ ਕਰਕੇ ਸਮਝਾਇਆ, ਕਹਿੰਦੇ ਮਿੱਤ ਪੈਂਜੈ ਮਿੱਤ ਬਿਗਸੈ, ਜਿਸ ਮਿੱਤ ਕੀ ਪੈਜ ਭਾਵੈ। ਬਾਬਾ ਸੁੰਦਰ ਜੀ ਨੇ ਗੁਰੂ ਅਮਰਦਾਸ ਸਾਹਿਬ ਦੇ ਇਹ ਉਪਦੇਸ਼ ਲਿਖੇ ਹਨ। ਇੱਕ ਮਿੱਤਰ ਨੂੰ ਸਰੂਪਾਓ ਮਿਲੇ ਤੇ ਮਿੱਤਰ ਨੂੰ ਮਾਣ ਮਿਲਦਾ ਹੋਵੇ, ਤੇ ਮਿੱਤਰ ਦਾ ਜਿਹੜਾ ਸੱਚਾ ਮਿੱਤਰ ਹੈ ਉਹ ਵੇਖ ਕੇ ਬੜਾ ਖੁਸ਼ ਹੁੰਦਾ ਹੈ, ਪ੍ਰਸੰਨ ਹੁੰਦਾ ਹੈ। ਗੁਰੂ ਅਮਰਦਾਸ ਮਹਾਰਾਜ, ਕਿਉਂਕਿ ਸਮਾਂ ਉਹ ਸੀ ਜਦੋਂ ਸਰੀਰ ਰੂਪੀ ਚੋੜਾ ਉਹਨਾਂ ਛੱਡਣਾ ਸੀ, ਜੋਤੀ ਜੋਤ ਸਮਾਉਣਾ ਸੀ। ਤੇ ਅਕਸਰ ਜਦੋਂ ਕੋਈ ਘਰ 'ਚੋਂ ਪੁਰਾਣੀ ਚੜ੍ਹਾਈ ਕਰਦਾ ਤੇ ਲੋਕ ਰੋਂਦੇ ਨੇ। ਗੁਰੂ ਅਮਰਦਾਸ ਮਹਾਰਾਜ ਨੇ ਇਹ ਕਹਿ ਦਿੱਤਾ ਕਿ ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ। ਉਹਦਾ ਕਾਰਨ ਫਿਰ ਉਹਨਾਂ ਨੇ ਇਹ ਦੱਸਿਆ, ਕਹਿਣ ਲੱਗੇ ਅਸੀਂ ਤਾਂ ਮਾਲਕ ਦੇ ਘਰ ਤੋਂ ਰਹਿਮਤਾਂ ਦਾ ਸਿਰਪਾਓ ਪ੍ਰਾਪਤ ਕਰਨਾ ਹੈ। ਸਾਡੇ ਤੇ ਮਾਣ ਸਨਮਾਨ ਦੇ ਲਈ ਮਾਲਕ ਆਪ ਖੜੇ ਹਨ। ਤੇ ਜੇ ਇੱਕ ਮਿੱਤਰ ਨੂੰ ਮਾਣ ਮਿਲਦਾ ਹੋਵੇ ਤੇ ਮਿੱਤਰ ਨੂੰ ਮਾਣ ਮਿਲਦਿਆਂ ਵੇਖ ਕੇ ਦੂਜਾ ਮਿੱਤਰ ਰੋਂਦਾ ਨਹੀਂ ਹੈ। ਇਸ ਕਰਕੇ ਠੀਕ ਹੈ ਭਾਵੇਂ ਸਰੀਰ ਛੱਡਣਾ ਹੈ, ਪਰ ਅੱਗੇ ਕਿਉਂਕਿ ਅਸੀਂ ਮਾਲਕ ਤੱਕ ਪਹੁੰਚਣਾ, ਮਾਲਕ 'ਚ ਸਮਾਉਣਾ ਹੈ, ਇਸ ਕਰਕੇ ਕੋਈ ਰੋਣ ਦੀ ਲੋੜ ਨਹੀਂ ਹੈ। ਇਹੀ ਗੱਲ ਕਬੀਰ ਸਾਹਿਬ ਕਹਿ ਰਹੇ ਨੇ ਕਿ ਰੱਬੀ ਪਿਆਰੇ ਤਾਂ ਜੀਵਨ ਯਾਤਰਾ ਸਫਲ ਕਰਕੇ ਜਾਂਦੇ ਨੇ। ਇੱਕ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ, ਉਹ ਕਹਿੰਦੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਕਿ ਗੁਰਮੁਖ ਆਪਣੀ ਜੀਵਨ ਯਾਤਰਾ ਨੂੰ ਸਫਲ ਬਣਾ ਕੇ ਸੰਸਾਰ ਤੋਂ ਜਾਂਦਾ ਹੈ ਰੱਬੀ ਦਰਗਾਹ 'ਚ, ਤੇ ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਸੱਚੀ ਦਰਗਾਹ 'ਚ ਪਹੁੰਚਿਆ, ਉਹਨੂੰ ਸੱਚੀ ਥਾਂ ਤੇ ਢੋਈ ਮਿਲੀ, ਮਾਣ ਮਿਲਿਆ, ਸਨਮਾਨ ਮਿਲਿਆ, ਕਿਉਂਕਿ ਜੀਵਨ ਯਾਤਰਾ ਉਹਨੇ ਸਫਲ ਬਣਾਈ। ਦੂਜੇ ਪਾਸੇ ਗੁਰੂ ਨਾਨਕ ਮਹਾਰਾਜ ਕਹਿੰਦੇ ਵੱਡਾ ਹੋਵਾ ਦੁਨੀਦਾਰ, ਗੜ ਸੰਗਲ ਘੱਤ ਚਲਾਇਆ। ਮਹਾਰਾਜ ਕਹਿੰਦੇ ਦੁਨੀਦਾਰ ਦੁਨਿਆਵੀ ਬਿਰਤੀ ਸੀ, ਸੰਸਾਰੀ ਬਿਰਤੀ, ਮਾਇਆਵੀ ਬਿਰਤੀ ਸੀ, ਵੱਡਾ ਹੋ ਗਿਆ, ਭਾਵ ਚੜ੍ਹਾਈ ਕਰ ਗਿਆ, ਮੁੱਕ ਗਿਆ। ਤੇ ਹੁਣ ਉਹਦੇ ਨਾਲ ਕੀ ਹੁੰਦਾ ਹੈ, ਗਲ ਸੰਗਲ ਘੱਤ ਚਲਾਇਆ। ਉਹਦੀ ਆਤਮਾ ਨੂੰ ਜਮ ਮਾਨੋ ਸੰਗਲ ਪਾ ਕੇ ਧੂ ਕੇ ਖੜ ਦੇ, ਉਹ ਮਰਨਾ ਨਹੀਂ ਚਾਹੁੰਦਾ ਹੈ। ਹੱਥ ਮਰੋੜਾ ਤਨ ਕੰਪੈ ਸਿਉਂ ਹੋਆ ਸੇਤ, ਮੌਤ ਨੂੰ ਸਾਹਮਣੇ ਵੇਖ ਕੇ ਉਹਦੇ ਤੇ ਰੰਗ ਬਦਲਦੇ ਪਏ ਨੇ, ਮਰਨਾ ਨਹੀਂ ਚਾਹੁੰਦਾ ਹੈ, ਪਰ ਫਿਰ ਵੀ ਜਮ ਆਤਮਾ ਲੈ ਕੇ ਜਾਂਦੇ ਹਨ। ਉਹ ਮਰਨ ਤੋਂ ਡਰਦਾ ਪਿਆ ਹੈ,
ਦੂਜੇ ਪਾਸੇ ਜਿਹੜਾ ਰੱਬੀ ਪਿਆਰਾ ਹੈ ਉਹ ਮੌਤ ਨੂੰ ਹੱਸ ਕੇ ਕਬੂਲ ਕਰਦਾ ਪਿਆ, ਉਹ ਆਪ ਨਾਲ ਜਾਂਦਾ ਪਿਆ। ਕਾਰਨ ਕੀ ਹੈ? ਜਿਹਨੇ ਜ਼ਿੰਦਗੀ ਭਰ ਪਾਪ ਕਮਾਏ ਨੇ ਉਹਨੂੰ ਪਤਾ ਹੈ ਮੈਂ ਪਾਪਾਂ ਦਾ ਲੇਖਾ ਹੁਣ ਦੇਣਾ ਪੈਣਾ। ਉਹ ਕਿਤੇ ਉਸ ਜਗ੍ਹਾ 'ਤੇ ਜਾਣ ਦੇ ਲਈ ਤਿਆਰ ਹੈ ਜਿੱਥੇ ਲੇਖਾ ਦੇਣਾ ਪਵੇਗਾ। ਦੂਜੇ ਪਾਸੇ ਗੁਰਮੁਖ ਨੂੰ ਪਤਾ ਹੈ ਕਿ ਮੈਂ ਤਾਂ ਮਾਲਕ ਦੀ ਗੋਦ 'ਚ ਸਮਾਉਣਾ ਹੈ, ਸੋ ਉਹਦੇ ਮਨ ਦੇ ਵਿੱਚ ਮੌਤ ਦਾ ਕੋਈ ਡਰ ਨਹੀਂ, ਕੋਈ ਭੈ ਨਹੀਂ। ਕਬੀਰ ਸਾਹਿਬ ਕਹਿੰਦੇ ਸਾਕਤ ਨੂੰ ਠੋਕਰਾਂ ਜੇ ਤੇ ਰੱਬੀ ਪਿਆਰੇ ਨੂੰ ਪ੍ਰਵਾਨਗੀ ਹੈ, ਕਬੂਲਤਾ ਹੈ। ਅੱਗੇ ਕਬੀਰ ਸਾਹਿਬ ਸਾਕਤ ਦੀ ਥੋੜ੍ਹੀ ਹੋਰ ਗੱਲ ਕਰਦਿਆਂ ਹੋਇਆਂ ਅਗਲੇ ਸ਼ਲੋਕ 'ਚ ਫਰਮਾਨ ਕਰਦੇ, ਕਬੀਰ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ। ਕਬੀਰ ਸਾਹਿਬ ਕਹਿੰਦੇ ਸਾਕਤ ਦੀ ਹਾਲਤ ਇੱਦਾਂ ਸਮਝੋ ਜਿਵੇਂ ਕੋਈ ਲਸਣ ਵਾਲੀ ਕੋਠੜੀ ਹੈ, ਕੋਈ ਲਸਣ ਦੀ ਖਾਣ ਹੈ, ਲਸਣ ਦੀਆਂ ਗੱਠੀਆਂ ਬੰਨੀਆਂ ਹੋਣ, ਆਪਣੇ ਆਪ ਉਹਦੀ ਜਿਹੜੀ ਬਦਬੂ ਹੈ, ਬੂ ਹੈ, ਉਹ ਆਪਣੇ ਆਪ ਪ੍ਰਗਟ ਹੁੰਦੀ ਹੈ। ਹੁਣ ਜਿਸ ਜਗ੍ਹਾ 'ਤੇ ਲਸਣ ਪਿਆ ਹੋਇਆ ਹੈ ਉੱਥੋਂ ਤੇ ਉਹ ਲਸਣ ਦੀ ਬੂ ਬਾਹਰ ਨਿਕਲਦੀ ਹੀ ਨਿਕਲਦੀ ਹੈ। ਕਬੀਰ ਸਾਹਿਬ ਕਹਿੰਦੇ ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਧਾਨ। ਜਿਹੜਾ ਬੰਦਾ ਲਸਣ ਖਾਂਦਾ ਵੀ ਹੈ ਉਹਦੇ ਵੀ ਸਰੀਰ 'ਚੋਂ ਉਹ ਲਸਣ ਵਾਲੀ ਬੂ ਜਦੋਂ ਆਉਂਦੀ ਹੈ ਤੇ ਆਪਣੇ ਆਪ ਸਾਰਿਆਂ ਤੱਕ ਗੱਲ ਉਹ ਪਹੁੰਚ ਜਾਂਦੀ ਹੈ ਬੂ। ਇਸੇ ਤਰ੍ਹਾਂ ਕਹਿੰਦੇ ਜਿਵੇਂ ਲਸਣ ਖਾਣ ਵਾਲਾ ਬੰਦਾ ਭਾਵੇਂ ਪਰਲੇ ਕੋਨੇ 'ਤੇ ਵੀ ਬੈਠਾ ਬੋ ਛੱਡਦਾ ਤੇ ਸਾਰੇ ਪਾਸੇ ਪਤਾ ਲੱਗ ਜਾਂਦਾ। ਇਸੇ ਤਰ੍ਹਾਂ ਸਾਕਤ ਬੰਦਾ ਭਾਵੇਂ ਇੱਕ ਨੁੱਕਰੇ ਵੀ ਬੈਠਾ ਹੋਵੇ, ਜਦੋਂ ਉਹ ਮਾੜੇ ਬੋਲਾਂ ਰੂਪੀ ਬੋਝ ਛੱਡਦਾ ਹੈ ਤੇ ਆਪਣੇ ਆਪ ਉਹਦੀ ਅਸਲੀਅਤ ਸਾਰਿਆਂ ਦੇ ਸਾਹਮਣੇ ਪ੍ਰਗਟ ਹੋ ਜਾਂਦੀ ਹੈ ਕਿ ਇਹ ਸਾਕਤ ਹੈ, ਕਿਉਂਕਿ ਉਹਦੇ ਬੋਲ ਹੀ ਉਹਦੇ ਅੰਦਰ ਨੂੰ ਬਾਹਰ ਪ੍ਰਗਟ ਕਰਦੇ ਹਨ। ਸਾਡੇ ਬੋਲਾਂ ਤੋਂ ਸਮਾਜ ਨੂੰ ਪਤਾ ਲੱਗਦਾ ਹੈ ਅਸੀਂ ਕੀ ਹਾਂ। ਬੋਲ ਸਾਡੀ ਪਹਿਚਾਣ ਸਮਾਜ ਦੇ ਸਾਹਮਣੇ ਰੱਖਦੇ ਹਨ। ਜੇ ਸਾਡੇ ਬੋਲਾਂ ਦੇ ਵਿੱਚ ਕੇਵਲ ਨਿੰਦਿਆ ਚੁਗਲੀ ਹੈ ਤੇ ਮਹਾਰਾਜ ਬਾਣੀ 'ਚ ਵੀ ਕਹਿੰਦੇ ਹਨ ਕਿ ਜਿਹਦੇ ਅੰਦਰ ਚੁਗਲੀ ਹੈ ਚੁਗਲੋ ਵੱਜੈ, ਉਹਨੂੰ ਫਿਰ ਸਾਰੇ ਚੁਗਲਖੋਰ ਹੀ ਕਹਿੰਦੇ ਹਨ। ਜਿਹਦੇ ਬੋਲਾਂ ਦੇ ਵਿੱਚ ਨਿੰਦਿਆ ਹੀ ਨਿੰਦਿਆ ਹੈ ਉਹਨੂੰ ਸਾਰੇ ਨਿੰਦਕ ਕਹਿੰਦੇ ਹਨ। ਜਿਹਦੇ ਬੋਲਾਂ 'ਚ ਕੁੜੱਤਣ ਹੀ ਕੁੜੱਤਣ ਹੈ ਉਹਨੂੰ ਸਾਰੇ ਕੌੜਾ ਬੋਲਣ ਵਾਲਾ ਕਹਿੰਦੇ ਨੇ, ਤੇ ਜਿਹਦੇ ਬੋਲਾਂ ਦੇ ਵਿੱਚ ਅੰਮ੍ਰਿਤ ਹੈ, ਮਿਠਾਸ ਹੈ, ਉਹਨੂੰ ਸਾਰੇ ਮਿੱਠ ਬੋਲਣਾ ਕਹਿੰਦੇ ਹਨ। ਬੋਲਾਂ ਤੋਂ ਬੰਦੇ ਦੀ ਪਹਿਚਾਣ ਹੁੰਦੀ ਹੈ। ਸਾਕਤ ਬੰਦੇ ਦੇ ਬੋਲਾਂ ਤੋਂ ਉਹਦੀ ਪਛਾਣ ਹੋ ਜਾਂਦੀ ਹੈ ਉਹ ਕੌਣ ਹੈ। ਭਾਵੇਂ ਜਿੰਨਾ ਮਰਜ਼ੀ ਨੁੱਕਰੇ ਹੋ ਕੇ ਬੈਠਾ ਰਵੇ, 10-15 ਮਿੰਟ 20 ਮਿੰਟ ਅੱਧਾ ਘੰਟਾ ਵੀ ਬੈਠਾ ਰਵੇ ਨਾ ਪਤਾ ਲੱਗੇ, ਪਰ ਜੇ ਅੱਧੇ ਘੰਟੇ ਬਾਅਦ ਵੀ ਉਹ ਬੋਲੇਗਾ ਮਿੰਟਾਂ ਸਕਿੰਟਾਂ 'ਚ ਹੀ ਪਤਾ ਲੱਗ ਜਾਂਦਾ ਹੈ ਇਹ ਕਿੰਨੇ ਪਾਣੀ 'ਚ ਹੈ, ਸਾਕਤ ਹੈ। ਸੋ ਕਬੀਰ ਸਾਹਿਬ ਕਹਿੰਦੇ ਸਾਕਤ ਦੀ ਹਾਲਤ ਵੀ ਉਹ ਲਸਣ ਦੀ ਖਾਣ ਦੀ ਤਰ੍ਹਾਂ ਜਾਂ ਲਸਣ ਖਾਣ ਵਾਲੇ ਦੀ ਤਰ੍ਹਾਂ ਹੈ। ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਧਾਨ। ਸੋ ਅਸੀਂ ਆਪਣੇ ਜੀਵਨ ਨੂੰ ਉਹ ਸਾਕਤਾਂ ਵਾਲਾ ਜੀਵਨ ਨਹੀਂ ਬਣਾਉਣਾ, ਗੁਰਮੁਖਾਂ ਵਾਲਾ ਜੀਵਨ ਬਣਾਉਣਾ ਹੈ, ਮਿੱਠ ਬੋਲੜਾ ਜੀਵਨ ਬਣਾਉਣਾ ਹੈ। ਸਾਡਾ ਜੀਵਨ ਜੋੜਨ ਵਾਲਾ ਜੀਵਨ ਹੋਣਾ ਚਾਹੀਦਾ ਹੈ, ਤੋੜਨ ਵਾਲਾ ਨਹੀਂ। ਕਿਉਂਕਿ ਧਰਮੀ ਪੁਰਖਾਂ ਦਾ ਕੰਮ ਤੋੜਨਾ ਨਹੀਂ, ਧਰਮੀ ਪੁਰਖਾਂ ਦਾ ਕੰਮ ਜੋੜਨਾ ਹੁੰਦਾ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਹਰ ਰਾਏ ਸਾਹਿਬ ਬੜੇ ਛੋਟੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਗਵਾਈ 'ਚ ਉਹਨਾਂ ਦੀ ਪਰਵਰਿਸ਼ ਹੋਈ। ਬੜੀਆਂ ਬਖਸ਼ਿਸ਼ਾਂ ਗੁਰੂ ਹਰਗੋਬਿੰਦ ਸਾਹਿਬ ਦੀਆਂ ਉਹਨਾਂ 'ਤੇ ਵਰਤੀਆਂ। ਇੱਕ ਦਿਨ ਬਗੀਚੇ 'ਚ ਟਹਿਲ ਰਹੇ ਸਨ ਤੇ ਚੋਲਾ ਵੱਡਾ ਸੀ ਤੇ ਫੁੱਲ ਲੱਗਿਆ ਸੀ ਚੋਲਾ, ਉਹ ਫੁੱਲ ਦੇ ਵੱਜਿਆ ਡਾਲੀ ਤੇ ਬੜੀ ਜ਼ੋਰ ਨਾਲ ਵੱਜਿਆ ਤੇ ਫੁੱਲ ਟੁੱਟ ਕੇ ਹੇਠਾਂ ਡਿੱਗ ਪਿਆ। ਗੁਰੂ ਹਰਗੋਬਿੰਦ ਸਾਹਿਬ ਨੇ ਵੇਖਿਆ, ਪੁੱਛਿਆ ਫੁੱਲ ਕਿਹਨੇ ਤੋੜਿਆ ਹੈ? ਬੜਾ ਸੋਹਣਾ ਲੱਗ ਰਿਹਾ ਸੀ ਜਦੋਂ ਪਹਿਲਾਂ ਇਸ ਪਾਸੇ ਅਸੀਂ ਆਏ ਸਾਂ। ਸ਼੍ਰੀ ਹਰਿ ਰਾਏ ਨੂੰ ਨਹੀਂ ਸੀ ਪਤਾ ਕਿ ਫੁੱਲ ਮੇਰੇ ਝੋਲੇ ਕਰਕੇ ਟੁੱਟਿਆ ਹੈ, ਪਰ ਨਾਲ ਦੇ ਸਿੱਖਾਂ ਨੂੰ ਜ਼ਰੂਰ ਪਤਾ ਸੀ। ਉਹਨਾਂ ਮਹਾਰਾਜ ਨੂੰ ਹੱਥ ਜੋੜ ਕੇ, ਮਹਾਰਾਜ ਫੁੱਲ ਤੋੜਿਆ ਕਿਸੇ ਨੇ ਨਹੀਂ ਹੈ, ਪਰ ਸ਼੍ਰੀ ਹਰਿ ਰਾਏ ਕਿਉਂਕਿ ਵੱਡਾ ਚੋਲਾ ਪਾ ਕੇ ਰੱਖਦੇ ਨੇ, ਕਾਹਲੀ ਦੇ ਨਾਲ ਚੱਲਦੇ ਪਏ ਸਨ ਤੁਹਾਡੇ ਪਿੱਛੇ ਤੇ ਇਹਨਾਂ ਦਾ ਚੋਲਾ ਵੱਜਣ ਕਰਕੇ ਉਹ ਫੁੱਲ ਟੁੱਟ ਗਿਆ ਹੈ। ਤੇ ਮਹਾਰਾਜ ਨੇ ਉੱਥੇ ਕਿਹਾ ਸੀ, ਬੇਟਾ ਜੀ ਚੱਲਣਾ ਹੋਵੇ ਦਾਮਨ ਸੰਕੋਚ ਕੇ ਚੱਲਣਾ ਹੈ,
ਕਿਉਂਕਿ ਧਰਮੀ ਪੁਰਖਾਂ ਦਾ ਕੰਮ ਤੋੜਨਾ ਨਹੀਂ ਹੁੰਦਾ ਹੈ, ਜੋੜਨਾ ਹੁੰਦਾ ਹੈ। ਭਾਵੇਂ ਉਹ ਇੱਕ ਸਧਾਰਨ ਫੁੱਲ ਹੋਵੇ, ਉਹ ਭਾਵੇਂ ਕਿਸੇ ਦਾ ਹਿਰਦਾ ਹੋਵੇ, ਧਰਮੀ ਪੁਰਖਾਂ ਦਾ ਕੰਮ ਤੋੜਨਾ ਨਹੀਂ ਹੈ, ਜੋੜਨਾ ਹੈ। ਉਹ ਤੇ ਜੋੜਦਿਆਂ ਜੀਵਾਂ ਨੂੰ ਪਰਮਾਤਮਾ ਤੱਕ ਜੋੜ ਦਿੰਦੇ ਹਨ, ਜਿਹੜੇ ਧਰਮ ਦੇ ਧਾਰਨੀ ਧਰਮੀ ਹਨ। ਸੋ ਧਰਮੀ ਬਣ ਕੇ ਜੋੜਨ ਵਾਲਾ ਤੇ ਜੁੜਨ ਵਾਲਾ ਆਪਾਂ ਕਾਰਜ ਕਰਨਾ ਹੈ, ਆਪ ਜੁੜਨਾ ਤੇ ਦੂਜਿਆਂ ਨੂੰ ਜੋੜਨਾ ਹੈ। ਇਹ ਹਰ ਗੁਰੂ ਕੇ ਸਿੱਖ ਦੇ ਜੀਵਨ ਦੀ ਫਿਤਰਤ ਹੋਣੀ ਚਾਹੀਦੀ ਹੈ। ਸਾਖਤ ਬਣ ਕੇ ਨਹੀਂ, ਗੁਰਮੁਖ ਬਣ ਕੇ ਜੀਵਨ ਬਤੀਤ ਕਰਨਾ ਹੈ। ਫਿਰ ਇਹ ਜੀਵਨ ਸਕਾਰਤ ਹੈ, ਸਫਲਾ ਹੈ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ